ਸਤਿ ਸ੍ਰੀ ਅਕਾਲ ਜੀ। ਅੱਜ ਭਾਰਤ ਦੇ ਵਿੱਚ ਕੋਈ ਹੋਰ ਖਬਰ ਨਾ ਤਾਂ ਹੈ, ਨਾ ਜਿਹੜੀ ਉਹ ਕਰਨ ਨੂੰ ਦਿਲ ਹੀ ਕਰ ਰਿਹਾ ਕਿ ਕਿਹਦੇ ਉੱਤੇ ਚਰਚਾ ਕਰੀਏ, ਕਿਸ ਚੀਜ਼ ਦੇ ਉੱਤੇ ਚਰਚਾ ਕਰੀਏ। ਅੱਜ ਸਵੇਰ ਦੇ ਜੇ ਚੈਨਲਾਂ ਦੇ ਉੱਤੇ ਤੁਸੀਂ ਦੇਖਿਆ ਹੋਵੇ ਤੇ ਸਾਰੇ ਜਗ੍ਹਾ ਦੇ ਉੱਤੇ ਜਿਹੜੀ ਪ੍ਰੈਸ ਕਾਨਫਰੰਸ ਚੱਲ ਰਹੀ ਹੈ ਕਿ ਜਿਹੜੇ ਐਕਸਪਰਟ ਨੇ, ਜਿਹੜੇ ਮਾਹਰ ਨੇ, ਉਹਨਾਂ ਨੇ ਇਹ ਗੱਲ ਆਖੀ ਹੈ ਕਿ ਭਾਰਤ ਦੇ ਵਿੱਚ ਕਰੋਨਾ ਵਾਇਰਸ ਦੀ ਤੀਜੀ ਵੇਵ ਜਿਹੜੀ ਹੈ ਉਹ ਬੜੀ ਸਟਰੋਂਗ ਹੋਊਗੀ। ਇਹ ਕਦੋਂ ਆਊਗੀ ਉਹ ਕਹਿੰਦੇ ਨਹੀਂ ਪਤਾ, ਆਊਗੀ ਜ਼ਰੂਰ। ਕਿੰਨਾ ਨੁਕਸਾਨ ਕਰੂਗੀ ਲੋਕਾਂ ਦਾ ਇਹ ਨਹੀਂ ਪਤਾ, ਕਰੂਗੀ ਜ਼ਰੂਰ। ਉਹ ਇਹ ਗੱਲ ਕਹਿ ਰਹੇ ਨੇ। ਵੱਡੇ ਸਵਾਲ ਜਿਹੜੇ ਉਹ ਉੱਠ ਰਹੇ ਆ, ਇੱਕ ਤਾਂ ਇਹਨਾਂ ਮਾਹਿਰਾਂ ਦੇ ਬਾਰੇ ਦੇ ਵਿੱਚ, ਸਿਸਟਮ ਦੇ ਬਾਰੇ ਦੇ ਵਿੱਚ, ਆਮ ਲੋਕਾਂ ਦੇ ਬਾਰੇ ਦੇ ਵਿੱਚ, ਉਹਦੇ ਉੱਤੇ ਕੁਝ ਗੱਲਾਂ ਤੁਹਾਡੇ ਨਾਲ ਕਰਨੀਆਂ ਨੇ। ਇਹ ਮਾਹਿਰਾਂ ਦੀ ਜਿਹੜੀ ਟੀਮ ਹੈ, ਸਵਾਲ ਸਭ ਤੋਂ ਵੱਡਾ ਇਹ ਆ, ਇਹ ਹੁਣ ਤੱਕ ਕਿੱਥੇ ਸੀ? ਇਹਨੇ ਸਰਕਾਰ ਨੂੰ ਇਹ ਕਿਉਂ ਨਾ ਦੱਸਿਆ ਅੱਜ ਤੋਂ ਕੁਝ ਮਹੀਨੇ ਪਹਿਲਾਂ ਕਿ ਭਾਰਤ ਦੇ ਵਿੱਚ ਸੈਕੰਡ ਵੇਵ ਆ ਰਹੀ ਹੈ, ਜਿਹੜੀ ਕਿ ਤਬਾਹੀ ਦਾ ਕਾਰਨ ਬਣੂਗੀ। ਕਿਉਂਕਿ ਤਬਾਹੀ ਦੇ ਵੱਲ ਨੂੰ ਮੁਲਕ ਜਾ ਰਿਹਾ, ਲੋਕ ਮਰ ਰਹੇ ਆ, ਲੋਕ ਤਰਾਹ ਕਰ ਰਹੇ ਆ। ਮੈਂ ਦਿੱਲੀ ਦੇ ਮੁੱਖ ਮੰਤਰੀ ਹੋਰਾਂ ਦੀ ਵੀਡੀਓ ਦੇਖ ਰਿਹਾ ਸੀ, ਉਹ ਧੰਨਵਾਦ ਕਰ ਰਿਹਾ ਕੇਂਦਰ ਦੀ ਸਰਕਾਰ ਦਾ ਕਿ ਉਹਨਾਂ ਨੇ ਆਕਸੀਜਨ ਜਿਹੜੀ ਉਹ ਦੇਤੀ। ਆਕਸੀਜਨ ਐਵੇਂ ਨਹੀਂ ਦੇਤੀ ਕੇਂਦਰ ਦੀ ਸਰਕਾਰ ਨੇ। ਸੁਪਰੀਮ ਕੋਰਟ ਤੱਕ ਕੇਂਦਰ ਦੀ ਸਰਕਾਰ ਆਨਾਕਾਨੀ ਕਰਦੀ ਰਹੀ। ਕੱਲ ਤੱਕ ਉਹ ਇਹ ਕਹਿੰਦੀ ਸੀ ਵੀ 700 ਮੀਟ੍ਰਿਕ ਟਨ ਨਹੀਂ ਦਿੱਤੀ ਜਾਣੀ, ਚਲੋ ਅਸੀਂ 500 ਮੀਟ੍ਰਿਕ ਟਨ ਜਿਹੜੀ ਉਹ ਦੇ ਦਿੰਨੇ ਆ। ਇਹ ਤਾਂ ਉੱਥੋਂ ਦੀ ਸੂਬੇ ਦੀ ਸਰਕਾਰ ਸਿਰੜੀ ਹੋ ਕੇ ਲੱਗੀ ਰਹੀ, ਪਹਿਲਾਂ ਹਾਈ ਕੋਰਟ 'ਚ, ਮੁੜ ਕੇ ਸੁਪਰੀਮ ਕੋਰਟ ਦੇ ਵਿੱਚ, ਕਿ ਸਾਨੂੰ ਇਦੋਂ ਘੱਟ ਸਰਦਾ ਨਹੀਂ। ਗੱਲ ਸਿਰਫ ਦਿੱਲੀ ਦੀ ਨਹੀਂ ਆ। ਦਿੱਲੀ ਨੂੰ ਜੇ 700 ਮੀਟ੍ਰਿਕ ਟਨ ਆਕਸੀਜਨ ਮਿਲ ਗਈ ਤੇ ਬਾਕੀ ਰਾਜਾਂ ਦਾ ਕੀ ਬਣਿਆ ਜਿਨ੍ਹਾਂ ਨੂੰ ਨਹੀਂ ਮਿਲ ਰਹੀ? ਉੱਤਰ ਪ੍ਰਦੇਸ਼ ਦੀ ਮੈਂ ਇੱਕ ਖਬਰ ਪੜ੍ਹ ਰਿਹਾ ਸੀ, ਉੱਥੇ ਇੱਕ ਬੇਟੀ ਜਿਹੜੀ ਆ ਉਹ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਬਣਾ ਕੇ ਸ਼ੇਅਰ ਕਰ ਰਹੀ ਆ। ਉਹਦੀ ਮਾਂ ਨੂੰ ਆਕਸੀਜਨ ਦੀ ਜ਼ਰੂਰਤ ਸੀ, ਜਿਹੜਾ ਉਹ ਸਿਲੰਡਰ ਮਿਲਿਆ ਉਹ ਸਿਲੰਡਰ ਖਾਲੀ ਸੀ। ਤੁਸੀਂ ਸੋਚ ਸਕਦੇ ਹੋ ਕਿ ਉਸ ਬੱਚੀ ਦੀ ਮਨੋਦਸ਼ਾ ਕਿਸ ਤਰ੍ਹਾਂ ਦੀ ਬਣੀ ਹੋਊਗੀ, ਜਿਹੜੀ ਕਿ ਭੜਕਦੀ ਕੋਈ ਆਫੀਸਰ ਹੋ ਸਕਦੀ ਹੈ, ਕੋਈ ਪੋਲੀਟੀਸ਼ੀਅਨ ਹੋ ਸਕਦੀ ਹੈ। ਉਹਦੀ ਮਾਂ ਮਰ ਰਹੀ ਹੈ, ਉਹਨੂੰ ਖਾਲੀ ਸਿਲੰਡਰ ਦੇ ਦਿੱਤਾ ਗਿਆ। ਉੱਤਰ ਪ੍ਰਦੇਸ਼ ਦੇ ਵਿੱਚ ਇਲੈਕਸ਼ਨਾਂ ਦੇ ਦੌਰਾਨ ਜਿਹੜੀਆਂ ਪੰਚਾਇਤੀ ਚੋਣਾਂ ਹੋ ਕੇ ਹਟੀਆਂ, 2000 ਲੋਕ ਮਰ ਚੁੱਕੇ ਆ ਜਿਨ੍ਹਾਂ ਦੀ ਡਿਊਟੀ ਇਹਨਾਂ ਚੋਣ ਇਲੈਕਸ਼ਨ ਦੇ ਵਿੱਚ ਲੱਗੀ ਸੀ, ਤੇ ਇਹਦੇ ਵਿੱਚ ਅੱਧੇ ਇਹਨਾਂ ਦੇ ਵਿੱਚੋਂ ਟੀਚਰ ਨੇ ਜਿਨ੍ਹਾਂ ਦੀਆਂ ਡਿਊਟੀਆਂ ਲੱਗੀਆਂ ਸੀਗੀਆਂ ਪੰਚਾਇਤੀ ਚੋਣਾਂ ਦੇ ਵਿੱਚ, ਕਿਉਂਕਿ ਉਹ ਚੋਣਾਂ ਜ਼ਰੂਰੀ ਸੀਗੀਆਂ। ਐਕਸਪਰਟ ਜਿਹੜੇ ਬੋਲ ਰਹੇ ਆ, ਇਹ ਕਹਿ ਰਹੇ ਆ ਕਿ ਤੀਜੀ ਵੇਵ ਬਹੁਤ ਖਤਰਨਾਕ ਹੈ। ਉਹ ਇੱਕ ਵਾਰੀ ਵੀ ਗੱਲ ਨਹੀਂ ਕਰਦੇ ਇਹਦੇ ਵਿੱਚ ਕਿ ਇਹ ਦੂਜੀ ਵੇਵ ਕਿਹੋ ਜਿਹੀ ਆ। ਇਹ ਦੂਜੀ ਵੇਵ ਦਾ ਕਦੋਂ ਪਤਾ ਲੱਗਾ ਸੀਗਾ ਕਿ ਮੁਲਕ ਦੇ ਵਿੱਚ ਆ ਰਹੀ ਹੈ, ਜਿਹੜੀ ਇਸ ਵੇਲੇ ਚੱਲ ਰਹੀ ਹੈ? ਤੇ ਇਸ ਸੈਕੰਡ ਵੇਵ ਦੇ ਵਾਸਤੇ ਸਰਕਾਰ ਨੇ ਕੀ ਇੰਤਜ਼ਾਮ ਕੀਤੇ ਸੀ? ਜਨਵਰੀ ਮਹੀਨੇ ਦੇ ਵਿੱਚ ਪ੍ਰਧਾਨ ਮੰਤਰੀ ਹੋਰੀ ਬੋਲ ਰਹੇ ਸੀਗੇ, ਜਿਹੜੀ ਕਿ ਕੁਝ ਮੁਲਕਾਂ ਦੀ ਜਿਹੜੀ ਮੀਟਿੰਗ ਸੀ ਉਹਦੇ ਵਿੱਚ, ਵੀ ਅਸੀਂ ਤਾਂ ਐਕਸਪਰਟ ਫੇਲ ਕਰ ਦਿੱਤੇ। ਐਕਸਪਰਟ ਕਹਿੰਦੇ ਸੀ ਕਿ ਭਾਰਤ ਦੇ ਵਿੱਚ ਸੈਕੰਡ ਵੇਵ ਆਊਗੀ, ਬੜੀ ਖਤਰਨਾਕ ਹੋਊਗੀ। ਔਰ ਉਸ ਮਾਮਲੇ ਦੇ ਉੱਤੇ ਉਹ ਕਹਿੰਦੇ ਕਿ ਅਸੀਂ ਇਹ ਕਰ ਦਿੱਤਾ ਕਿ ਅਸੀਂ ਤਾਂ ਉਹਨੂੰ ਸਾਰੇ ਕੁਝ ਨੂੰ ਜਿਹੜਾ ਉਹ ਸੰਭਾਲ ਲਿਆ। ਸਾਡੇ ਤਾਂ ਇਹ ਜਿਹੜੀ ਵੇਵ ਸੀ, ਅਸੀਂ ਉਹਨੂੰ, ਸਾਡੇ ਕੋਲੇ ਇਨਫਰਾਸਟ੍ਰਕਚਰ ਐਡਾ ਸਟਰੋਂਗ ਸੀਗਾ ਕਿ ਅਸੀਂ ਕੰਟਰੋਲ ਕਰ ਲਿਆ ਇਹਨੂੰ ਕੰਪਲੀਟਲੀ। ਸਵਾਲ ਇਹ ਵੱਡਾ ਬਣ ਗਿਆ ਕਿ ਤੁਸੀਂ ਕੰਟਰੋਲ ਕਿੱਥੇ ਕੀਤਾ, ਕਿਵੇਂ ਕੀਤਾ? ਅੱਜ ਜੋ ਹਾਲਾਤ ਬਣੇ ਪਏ ਆ ਉਹ ਵੇਖੇ ਨਹੀਂ ਜਾ ਰਹੇ। ਨਾ ਆਕਸੀਜਨ ਹੈ, ਆਕਸੀਜਨ ਦੇ ਵਾਸਤੇ ਸੂਬਿਆਂ ਨੂੰ ਹਾਈ ਕੋਰਟਾਂ ਵੱਲ ਨੂੰ ਭੱਜਣਾ ਪੈ ਰਿਹਾ। ਨਾ ਇਹਦੇ ਵਾਸਤੇ ਜਿਹੜੀ ਵਰਤੀ ਜਾਂਦੀ ਟੀਕੇ ਨੇ ਰੈਮਡੇਸਿਵਿਰ, ਉਹ ਨਾ ਹੈਗੇ ਨੇ। ਤੁਸੀਂ 18 ਸਾਲ ਤੋਂ ਉੱਪਰ ਵਾਲਿਆਂ ਨੂੰ ਟੀਕਾਕਰਨ ਕਰਨਾ ਸੀਗਾ,
ਪੂਰੇ ਮੁਲਕ ਦੇ ਵਿੱਚ 1 ਮਈ ਤੋਂ ਸ਼ੁਰੂ ਹੋਣਾ ਸੀ। ਕਿੰਨੇ ਸੂਬਿਆਂ ਦੇ ਵਿੱਚ ਉਹ ਸ਼ੁਰੂ ਹੋ ਸਕਿਆ? ਵੈਕਸੀਨੇਸ਼ਨ ਹੀ ਹੈ ਨਹੀਂ ਗੀ, ਵੈਕਸੀਨ ਨਹੀਂ ਹੈਗੇ, ਤਰ੍ਹਾਂ ਹੋ ਰਹੀ ਹੈ। ਕੇਂਦਰ ਦੀ ਸਰਕਾਰ ਦੀ ਇੱਕ ਟੀਮ ਜਿਹੜੀ ਆ ਉਹ ਤੁਰੰਤ ਬਣਾ ਕੇ ਪੱਛਮੀ ਬੰਗਾਲ ਭੇਜੀ ਜਾਂਦੀ ਆ ਵੀ ਉੱਥੇ ਜਿਹੜੀ ਹਿੰਸਾ ਹੋ ਰਹੀ ਆ ਉਹਦੀ ਰਿਪੋਰਟ ਲੈ ਕੇ ਆਓ ਛੇਤੀ ਦੇਣੀ। ਹਿੰਸਾ ਬਹੁਤ ਮਾੜੀ ਆ, ਕਿਤੇ ਵੀ ਹੋ ਰਹੀ ਹਿੰਸਾ ਮਾੜੀ ਹੈ। ਹਿੰਸਾ ਦੇ ਵਿੱਚ ਇੱਕ ਜਾਨ ਗਈ ਹੋਈ ਵੀ ਮਾੜੀ ਹੈ। ਜਿਹੜੀਆਂ ਆ ਜਾਨਾਂ ਜਾ ਰਹੀਆਂ ਨੇ, ਇਲਾਜ ਖੁਣੋ, ਇਹਦੇ ਵਾਸਤੇ ਕਿਹੜੀ ਟੀਮ ਬਣੀ ਆ ਜਿਹੜੀ ਕਿ ਇਸ ਚੀਜ਼ ਦਾ ਖੁਲਾਸਾ ਕਰੂਗੀ ਜਾਂ ਇਹ ਪਤਾ ਲਾਊਗੀ ਵੀ ਸੈਕੰਡ ਵੇਵ ਦੇ ਵਾਸਤੇ ਗਲਤੀਆਂ ਕਿਹਦੀਆਂ ਸੀ? ਕਿ ਇਹਦੀ ਕਦੀ ਕੋਈ ਟੀਮ ਬਣਾਈ ਜਾ ਸਕੂਗੀ? ਸ਼ਾਇਦ ਨਹੀਂ, ਕਦੀ ਵੀ ਨਹੀਂ ਬਣਨੀ। ਭਾਰਤੀ ਜਨਤਾ ਪਾਰਟੀ ਦੇ ਆਗੂ ਕੱਲ ਹਰਿਆਣੇ ਦੇ ਵਿੱਚ, ਪੰਜਾਬ ਦੇ ਵਿੱਚ, ਪੱਛਮੀ ਬੰਗਾਲ ਦੇ ਵਿੱਚ, ਕੁਝ ਹੋਰ ਰਾਜਾਂ ਦੇ ਵਿੱਚ ਉਹ ਟੈਂਟ ਲਾ ਕੇ, ਦਰੀਆਂ ਵਿਛਾ ਕੇ ਧਰਨਾ ਦੇ ਰਹੇ ਸੀ ਬੰਗਾਲ ਦੇ ਵਿੱਚ ਹੋਈ ਹਿੰਸਾ ਦੇ ਵਿਰੋਧ ਦੇ ਵਿੱਚ। ਉਹਨਾਂ ਕੋਲੇ ਹੱਕ ਹੈ, ਕੋਈ ਹੱਕ ਉਹਨਾਂ ਦਾ ਖੋ ਨਹੀਂ ਸਕਦਾ, ਪਰ ਬੇਸ਼ਰਮੀ ਦੀ ਹੱਦ ਇਹ ਆ, ਇੰਨੀਆਂ ਮੌਤਾਂ ਕਰੋਨਾ ਵਾਇਰਸ ਦੇ ਨਾਲ ਹੋ ਰਹੀਆਂ ਨੇ, ਲੋਕਾਂ ਨੂੰ ਆਕਸੀਜਨ ਨਹੀਂ ਮਿਲ ਰਹੀ, ਲੋਕਾਂ ਨੂੰ ਰੈਮਡੇਸਿਵੀਰ ਨਹੀਂ ਮਿਲ ਰਿਹਾ, ਲੋਕਾਂ ਨੂੰ ਵੈਕਸੀਨ ਨਹੀਂ ਮਿਲ ਰਿਹਾ, ਉਹਦੇ ਉੱਤੇ ਕੋਈ ਧਰਨਾ ਨਹੀਂ ਲਾ ਰਹੇ ਇਹ, ਉਹਦੇ ਉੱਤੇ ਕੋਈ ਦਰੀਆਂ ਨਹੀਂ ਲੱਭ ਰਹੀਆਂ ਇਹਨਾਂ ਨੂੰ, ਜਾਂ ਜਗ੍ਹਾ ਨਹੀਂ ਲੱਭ ਰਹੀ। ਇਹ ਹਾਲਾਤ ਕੋਈ ਇੱਕ ਜਗ੍ਹਾ ਦੇ ਨਹੀਂ ਗੇ, ਇਹ ਹਾਲਾਤ ਸਾਰੇ ਸੂਬਿਆਂ ਦੇ ਇੱਕੋ ਜਿਹੇ ਹੋਏ ਪਏ ਆ। ਕੋਈ ਢਾਂਚਾ, ਜਿਹੜਾ ਢਾਂਚਾ ਕਹਿੰਦੇ ਸੀ ਨਾ ਕਿ ਸਾਡੇ ਕੋਲੇ ਬਹੁਤ ਇੱਕ ਸਟਰੋਂਗ ਇਨਫਰਾਸਟ੍ਰਕਚਰ ਹੈ, ਉਹ ਤਾਂ ਰੇਤ ਦੇ ਮਹਿਲਾਂ ਵਾਂਗੂ ਡਿੱਗ ਪਿਆ। ਬਠਿੰਡੇ ਦੇ ਵਿੱਚ ਕੁਝ ਡਾਕਟਰਾਂ ਨੇ ਅਸਤੀਫੇ ਦੇ ਦਿੱਤੇ, ਸਰਕਾਰੀ ਡਾਕਟਰਾਂ ਨੇ। ਹੁਣ ਉਹ ਡਾਕਟਰ ਜਿਹੜੇ ਨੇ ਉਹ ਕੀ ਕਰਨ? ਇੱਥੇ ਇੱਕ ਵੀਡੀਓ ਵਾਇਰਲ ਹੋਈ ਸੀਗੀ ਗੁੜਗਾਉਂ ਦੀ। ਉਹ ਡਾਕਟਰ ਤੇ ਨਰਸਾਂ ਤੇ ਸਟਾਫ ਜਿਹੜਾ ਸੀਗਾ ਉਹ ਸਾਰੇ ਖਾਲੀ ਕਰ ਗਏ ਹਸਪੀਟਲ ਨੂੰ। ਕਹਿੰਦੇ ਜੀ ਉਹ ਭੱਜ ਗਏ। ਗਏ ਕਿਉਂ? ਕਿ ਉੱਥੇ ਆਕਸੀਜਨ ਮੁੱਕ ਗਈ। ਉਹਨਾਂ ਨੂੰ ਇਹ ਲੱਗਿਆ ਕਿ ਹੁਣ ਜਿਹੜੇ ਮਰੀਜ਼ ਅੰਦਰ ਨੇ ਉਹ ਤੜਫਣਗੇ, ਉਹਨਾਂ ਦੇ ਰਿਸ਼ਤੇਦਾਰ ਬਾਹਰ ਨੇ, ਉਹ ਸਾਡੇ ਤੇ ਹਮਲਾ ਕਰਨਗੇ। ਇਸ ਕਰਕੇ ਉਹ ICU ਸਾਰਾ ਦਫ਼ਤਰ ਸਭ ਛੱਡ ਕੇ ਚਲੇ ਗਏ। ਆਪਣੀ ਜਾਨ ਬਚਾਉਣੀ ਸੀ ਉਹਨਾਂ ਦੀ। ਜਿਹੜੇ ਡਾਕਟਰ ਨੇ, ਜਿਹੜੇ ਸਰਕਾਰੀ, ਖਾਸ ਤੌਰ ਦੇ ਉੱਤੇ ਸਰਕਾਰੀ ਹਸਪੀਟਲਾਂ ਦੇ ਵਿੱਚ ਕੰਮ ਕਰ ਰਹੇ ਨੇ, ਨਰਸਿਸ ਨੇ, ਬਾਕੀ ਸਟਾਫ ਹੈ ਮੈਡੀਕਲ ਦਾ, ਈਵਨ ਜਿਹੜੇ ਉੱਥੇ ਦਰਜਾ 4 ਜਿਹਨਾਂ ਨੂੰ ਆਪਾਂ ਕਹਿੰਦੇ ਆ ਸਫਾਈ ਸੇਵਕ ਨੇ, ਇਹਨਾਂ ਲੋਕਾਂ ਦੀ ਕਮਾਲ ਦੀ ਕੰਟਰੀਬਿਊਸ਼ਨ ਹੈ ਇਸ ਵੇਲੇ। ਇਹਨਾਂ ਲੋਕਾਂ ਦੇ ਉੱਤੇ ਦੋਸ਼ ਨਾ ਦਿਓ। ਜੇ ਕਿਸੇ ਜਗ੍ਹਾ ਦੇ ਉੱਤੇ ਆਕਸੀਜਨ ਮੁੱਕ ਰਹੀ ਆ ਸਰਕਾਰੀ ਹਸਪੀਟਲ ਦੇ ਵਿੱਚ, ਉਹ ਡਾਕਟਰਾਂ ਦਾ ਕਸੂਰ ਨਹੀਂਗਾ, ਉਹ ਨਰਸਾਂ ਦਾ ਕਸੂਰ ਨਹੀਂਗਾ, ਉਹ ਸਿਸਟਮ ਦਾ ਕਸੂਰ ਹੈ। ਸਿਸਟਮ ਦੇ ਉੱਤੇ ਸਵਾਲ ਕਰਨੇ ਸਿੱਖੋ, ਸਿਸਟਮ ਦੇ ਉੱਤੇ ਸਵਾਲ ਕਰੋ ਜਿਹੜੇ ਤੁਸੀਂ ਭੁੱਲ ਗਏ ਬਹੁਤ ਸਾਰੇ ਸਾਲਾਂ ਤੋਂ। ਤੁਸੀਂ ਨਹੀਂ ਸਵਾਲ ਕਰਦੇ ਜਦੋਂ ਵੋਟਾਂ ਮੰਗਣ ਆਉਂਦੇ ਨੇ ਕਿ ਸਾਡੀਆਂ ਡਿਸਪੈਂਸਰੀਆਂ ਕਿੱਥੇ ਗਈਆਂ। ਡਿਸਪੈਂਸਰੀਆਂ ਦੇ ਵਿੱਚ ਡਾਕਟਰ ਜਿਹੜੇ ਹੁੰਦੇ ਸੀ, ਪਿੰਡਾਂ ਤੱਕ ਡਿਸਪੈਂਸਰੀਆਂ ਹੁੰਦੀਆਂ ਸੀ ਪੰਜਾਬ ਦੇ ਵਿੱਚ, ਉਹ ਕਿੱਥੇ ਗਈਆਂ ਸਾਰੀਆਂ? ਉਹਨਾਂ ਦੇ ਡਾਕਟਰ ਕਿੱਥੇ ਗਏ? ਦਿਹਾੜੀ ਦੇ ਉੱਤੇ ਕਾਮੇ ਰੱਖੇ ਜਾ ਰਹੇ ਨੇ। ਇੰਨੇ ਮਾੜੇ ਹਾਲਾਤ ਨੇ ਸਰਕਾਰਾਂ ਦੇ। ਕਿਉਂ ਇੰਨੇ ਮਾੜੇ ਹਾਲਾਤਾਂ ਦੇ ਵਿੱਚ ਪਹੁੰਚੇ? ਜਿਹੜੇ ਤੁਸੀਂ ਰੱਖੇ ਸੀ ਪਿਛਲੇ ਸਾਲ, ਉਹ ਤੁਸੀਂ ਭਜਾਤੇ 2 ਮਹੀਨਿਆਂ ਤੋਂ ਬਾਅਦ, ਅਕਤੂਬਰ ਦੇ ਵਿੱਚ। ਕੀ ਪੰਜਾਬ ਸਰਕਾਰ ਨੂੰ ਉਦੋਂ ਨਹੀਂ ਸੀ ਪਤਾ ਕਿ ਸੈਕੰਡ ਵੇਵ ਆ ਰਹੀ ਹੈ? ਉਹ ਨਹੀਂ ਘਰਾਂ ਚੋਂ ਨਿਕਲ ਰਹੇ, ਕੋਈ ਨਹੀਂ ਨਿਕਲ ਰਿਹਾ, ਕੋਈ ਮੰਤਰੀ ਨਹੀਂ ਲੱਭ ਰਿਹਾ, ਕੋਈ ਮੰਤਰੀ ਸਰਕਾਰੀ ਹਸਪੀਟਲਾਂ ਦੇ ਦੌਰੇ ਦੇ ਉੱਤੇ ਨਹੀਂ ਦਿਸਦਾ। ਬਠਿੰਡੇ ਦੇ ਵਿੱਚ ਕੈਂਸਰ ਦਾ ਹਸਪੀਟਲ ਹੈ ਜਿੱਥੇ ਕੀਮੋਥੈਰੇਪੀ ਤੇ ਰੇਡੀਓਥੈਰੇਪੀ ਕੀਤੀ ਜਾਂਦੀ ਹੈ। ਮੈਂ ਕੱਲ ਸਟੇਟਸ ਵੀ ਪਾਇਆ ਸੀਗਾ ਉਹਦੇ ਸੰਬੰਧੀ ਕਿ ਉਹਨੂੰ ਤੁਸੀਂ ਕੈਂਸਰ ਦਾ ਹਸਪੀਟਲ ਰਹਿਣ ਦਿਓ, ਤੁਸੀਂ ਕੋਵਿਡ ਸੈਂਟਰ ਹੋਰ ਥਾਵਾਂ ਨੂੰ ਬਣਾਓ। ਬਹੁਤ ਸਾਰੀਆਂ ਥਾਵਾਂ ਨੇ, ਉਹਨਾਂ ਨੂੰ ਕੋਵਿਡ ਸੈਂਟਰ ਦੇ ਵਿੱਚ ਤਬਦੀਲ ਕਰ ਦਿਓ। ਪਿਛਲੇ ਵਾਰੇ ਵੀ ਕੀਤੀਆਂ ਸੀ, ਐਤਕੀ ਕਿਉਂ ਨਹੀਂ ਹੋ ਰਹੀਆਂ? ਉਹ ਉੱਥੇ ਬਣਾ ਦਿੱਤਾ ਗਿਆ, ਇੰਨਾ ਕੁ ਤਾਂ ਕਰ ਦਿੱਤਾ ਗਿਆ, ਇੰਨੀ ਕੁ ਤਾਂ ਕਿ ਕੈਂਸਰ ਦੇ ਮਰੀਜ਼ਾਂ ਦਾ ਵੀ ਇਲਾਜ ਹੁੰਦਾ ਰਹੂਗਾ। ਜਿਹਦੀ ਕੀਮੋਥੈਰੇਪੀ ਹੋਈ ਆ, ਜੇ ਉਹਦੇ ਕੋਲੇ ਕੋਵਿਡ ਪੇਸ਼ੈਂਟ ਕੋਈ ਚਲੇ ਗਿਆ, ਉਹ ਸਰਵਾਈਵ ਕਰ ਸਕੂਗਾ? ਪਤਾ ਨਹੀਂ ਕੌਣ ਸਲਾਹਾਂ ਇਹਨਾਂ ਨੂੰ ਦੇ ਰਿਹਾ ਇਸ ਤਰ੍ਹਾਂ ਦੀਆਂ।
ਜਿਹੜੇ ਕਾਲਾ ਬਾਜ਼ਾਰੀ ਵਾਲੇ ਨੇ ਉਹ ਆਪਣਾ ਧੰਦਾ ਇਸ ਵੇਲੇ ਪੂਰੇ ਬੇਖੌਫ ਹੋ ਕੇ ਪੰਜਾਬ ਦੇ ਵਿੱਚ ਕਰ ਰਹੇ ਆ। ਕੁਝ ਪ੍ਰਾਈਵੇਟ ਹਸਪੀਟਲਾਂ ਵਾਲੇ ਲੋਕਾਂ ਦੀ ਚੰਮ ਲਾ ਰਹੇ ਆ, ਜਿੰਨੀ ਲੱਥ ਸਕਦੀ ਆ ਲਾ ਰਹੇ ਆ। ਆਕਸੀਜਨ ਵੇਚਣ ਵਾਲੇ ਕਾਲਾ ਬਾਜ਼ਾਰੀ ਕਰ ਰਹੇ ਆ। ਰੈਮਡੇਸਿਵਿਰ ਜਿਹੜੀ ਆ ਉਹ ਕਾਲਾ ਬਾਜ਼ਾਰੀ ਕਰ ਰਹੇ ਆ। 35 ਹਜ਼ਾਰ ਰੁਪਏ ਦਾ ਉਹ ਇੰਜੈਕਸ਼ਨ ਵੇਚ ਰਹੇ ਆ। ਮੇਰੇ ਇੱਕ ਜਾਣਕਾਰ ਜਿਨ੍ਹਾਂ ਦਾ ਭਰਾ ਹਸਪੀਟਲ ਦਾਖਲ ਹੈ, ਉਹਨਾਂ ਨੂੰ 2 ਇਹ ਇੰਜੈਕਸ਼ਨ ਚਾਹੀਦੇ ਸੀ, 4 ਕਿਤੋਂ ਉਹਨਾਂ ਨੇ ਇੰਤਜ਼ਾਮ ਕਰ ਲਿਆ। ਕਿਸੇ ਪਾਸੇ ਤੋਂ ਕੁਝ ਨਹੀਂ ਸੀ ਲੱਭ ਰਿਹਾ। ਪ੍ਰਤਾਪ ਸਿੰਘ ਬਾਜਵਾ ਹੋਰੀ ਨੇ ਰਾਜ ਸਭਾ ਦੇ ਮੈਂਬਰ ਉਹਨਾਂ ਤੱਕ ਅਪਰੋਚ ਕੀਤੀ, ਜੇ ਤੁਸੀਂ ਕਰ ਲਓ, ਕਿਉਂਕਿ ਉਹਨਾਂ ਦਾ ਉਹ ਏਰੀਆ ਪੈਂਦਾ। ਉਹਨਾਂ ਨੇ ਡਿਊਟੀ ਅੱਗੇ ਲਾਈ। ਇਸ ਚੀਜ਼ ਦਾ ਐਪਰੀਸ਼ੀਏਟ ਹੈ ਕਿ ਉਹ ਲਗਾਤਾਰ ਉਸ ਬੰਦੇ ਨੂੰ ਫੋਨ ਕਰਦੇ ਰਹੇ। ਕੋਈ 16 ਤੋਂ 18 ਘੰਟੇ ਉਹਨਾਂ ਨੂੰ ਲੱਗ ਗਏ ਉੱਥੇ 2 ਇੰਜੈਕਸ਼ਨ ਅਰੇਂਜ ਕਰਦੇ ਆ। ਮਿਲੇ ਕਿੱਥੋਂ? ਜਿੱਥੇ ਉਹ ਦਾਖਲ ਹੈ ਉਸੇ ਹੀ ਹਸਪੀਟਲ ਦੇ ਵਿੱਚੋਂ, ਉਹਨਾਂ ਦੀ ਜਿਹੜੀ ਸ਼ਾਪ ਹੈ ਦਵਾਈਆਂ ਦੀ, ਉੱਥੋਂ। ਚਲੋ ਉਹ ਤਾਂ ਉਹਨਾਂ ਨੇ ਬਾਜਵਾ ਸਾਹਿਬ ਨੇ ਗੱਲ ਸੁਣ ਲਈ ਤੇ ਉਹਨਾਂ ਨੇ ਦਵਾਤੇ। ਕਿੰਨੇ ਲੋਕ ਨੇ ਜਿਨ੍ਹਾਂ ਦੀ ਅਪਰੋਚ ਪੋਲੀਟੀਸ਼ੀਅਨਾਂ ਤੱਕ ਹੈ? ਨਹੀਂ ਹੈਗੀ। ਉਹ ਇਹਦੇ ਨਾਲ ਕੋਈ ਤਸੱਲੀ ਥੋੜੀ ਹੋ ਜਾਂਦੀ ਕਿ ਹਾਂ ਜੀ ਮਿਲ ਗਏ ਉਹਨਾਂ ਨੂੰ। ਜਿਨ੍ਹਾਂ ਦੀ ਕੋਈ ਅਪਰੋਚ ਹੀ ਨਹੀਂ, ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜੇ ਫੋਨ ਆਉਂਦੇ ਆ ਉਹ ਅਜਿਹੇ ਹੀ ਲੋਕਾਂ ਦੇ ਆਉਂਦੇ ਵੀ ਕੋਈ ਇੰਤਜ਼ਾਮ ਹੋ ਸਕਦਾ ਕਿਸੇ ਜਗ੍ਹਾ, ਕੋਈ ਬੈੱਡ ਦਾ ਇੰਤਜ਼ਾਮ ਹੋ ਸਕਦਾ। ਕਿੱਥੋਂ ਇੰਤਜ਼ਾਮ ਜਿਹੜਾ ਉਹ ਕੀਤਾ ਜਾਵੇ? ਸਰਕਾਰੀ ਹਸਪੀਟਲਾਂ ਦੇ ਵਿੱਚ ਬੈੱਡਾਂ ਦੀ ਜਗ੍ਹਾ ਹੈ ਨਹੀਂ। ਪ੍ਰਾਈਵੇਟ ਉਹਨਾਂ ਨੇ ਮੂੰਹ ਇੰਨੇ ਅੱਡੇ ਹੋਏ ਆ ਕਿ ਉੱਥੇ ਆਮ ਬੰਦਾ ਬੈੱਡ ਲੈ ਨਹੀਂ ਸਕਦਾ। ਕਾਲਾ ਬਾਜ਼ਾਰੀ ਸਿਰ ਚੜ ਕੇ ਬੋਲ ਰਹੀ ਹੈ। ਆ ਕੁਝ ਕਰਿਆਨੇ ਵਾਲੇ ਆ, ਉਹਨਾਂ ਨੇ ਭਾਅ ਚੁੱਕ ਦਿੱਤੇ ਸਮਾਨ ਦੇ ਵੀ, ਇੱਥੇ ਤਾਂ ਲੋਕਡਾਊਨ ਲੱਗ ਜਾਣਾ। 100 ਰੁਪਏ ਵਾਲੀ ਚੀਜ਼ ਸਿੱਧੀ 150 ਦੀ ਕਰਤੀ। ਫਰੂਟ ਵਾਲੇ ਨੇ ਉਹਨਾਂ ਨੇ ਚੁੱਕਤਾ ਕੰਮ ਤਾਂ 50 ਰੁਪਏ ਵਾਲੀ ਚੀਜ਼ ਸਿੱਧੀ 100 ਦੀ ਜਾ ਕੀਤੀ। ਸਬਜ਼ੀਆਂ ਵਾਲਿਆਂ ਨੇ ਮਹਿੰਗੀਆਂ ਕਰਤੀਆਂ। ਲੋਕਡਾਊਨ ਲੱਗ ਜਾਣਾ ਜੀ, ਇਹ ਮਿਲਣੀ ਨਹੀਂ। ਹਰ ਬੰਦਾ ਇਹ ਸੋਚਦਾ ਕਿ ਬਾਹਰ ਬੜੇ ਮਾੜੇ ਹਾਲਾਤ ਨੇ, ਲੋਕਾਂ ਦੇ ਬਹੁਤ ਬੁਰੇ ਹਾਲਾਤ ਨੇ, ਮੇਰੇ ਬਹੁਤ ਚੰਗੇ ਆ, ਮੈਨੂੰ ਨਹੀਂ ਕੁਝ ਵੀ ਹੋਣਾ, ਮੈਂ ਜੋ ਕਮਾ ਸਕਦਾ ਇਹਦੇ ਵਿੱਚੋਂ ਕਮਾ ਲਵਾਂ। ਬਹੁਤ ਸਾਰੇ ਮੁਲਕਾਂ ਦੇ ਵਿੱਚ ਕਰੋਨਾ ਫੈਲਿਆ, ਬਲਕਿ ਦੁਨੀਆ ਦੇ ਵਿੱਚ ਫੈਲਿਆ। ਜਿੱਥੇ ਸਭ ਤੋਂ ਮਾੜੇ ਹਾਲਾਤ ਰਹੇ ਉਹ ਇਟਲੀ ਵਰਗੇ ਮੁਲਕ ਨੇ, ਜਾਂ ਇੰਗਲੈਂਡ ਅੱਜ ਕਿਹਾ ਜਾ ਸਕਦਾ। ਅਮਰੀਕਾ ਦੇ ਵਿੱਚ ਹਾਲਾਤ ਬੜੇ ਮਾੜੇ ਰਹੇ। ਇੱਦਾਂ ਦੀ ਕਾਲਾ ਬਾਜ਼ਾਰੀ ਤਾਂ ਨਹੀਂ ਸੁਣੀ, ਇੱਦਾਂ ਦਾ ਤਾਂ ਕੁਝ ਨਹੀਂ ਸੁਣਿਆ। ਅਸੀਂ ਇੰਨੇ ਗਰਕ ਗਏ ਹੋਏ ਆ ਕਿ ਅਸੀਂ ਲੋਕਾਂ ਦੀਆਂ ਲਾਸ਼ਾਂ ਦੇ ਉੱਤੋਂ ਵੀ ਆਪਣੀਆਂ ਰੋਟੀਆਂ ਸੇਕਣੀਆਂ ਚਾਹੁੰਦੇ ਹਾਂ ਕਿ ਇਹਦੇ ਵਿੱਚੋਂ ਮੈਨੂੰ 4 ਪੈਸੇ ਬਣ ਜਾਣ ਤਾਂ ਉਹ ਮੇਰੇ ਵਾਸਤੇ ਚੰਗੇ ਹੋਣਗੇ। ਇੱਥੇ ਹੋ ਰਿਹਾ, ਸਾਰੇ ਓਵਰਆਲ ਹੋ ਰਿਹਾ ਮੁਲਕ 'ਚ, ਪੰਜਾਬ 'ਚ ਬਹੁਤ ਹੋ ਰਿਹਾ ਇਸ ਵੇਲੇ। ਪੰਜਾਬ ਦੇ ਵਿੱਚ ਹੋ ਰਿਹਾ ਹੈ, ਕਿਸੇ ਨੂੰ ਨਹੀਂ ਦਿਸ ਰਿਹਾ, ਸਿਆਸਤਦਾਨਾਂ ਨੂੰ ਨਹੀਂ ਦਿਸ ਰਿਹਾ। ਤਾਂ ਹੀ ਕਰਕੇ ਤਾਂ ਇੱਥੇ ਇੱਕ ਜਿਹੜਾ ਪੁਲਿਸ ਵਾਲਾ ਨਾ ਫਗਵਾੜੇ 'ਚ ਤੁਸੀਂ ਦੇਖਿਆ, ਉਹ ਆ ਕੇ ਠੁੱਡਾ ਕਿਹਨੂੰ ਮਾਰਦਾ? ਇੱਕ ਗਰੀਬ ਵਿਅਕਤੀ ਦੇ ਵੱਲੋਂ ਲਾਈ ਹੋਈ ਸਬਜ਼ੀ ਦੀ ਦੁਕਾਨ ਤੇ ਪਏ ਛਾਬੇ ਨੂੰ। ਜਦੋਂ ਕਿ ਸਬਜ਼ੀ ਘੱਟੋ ਘੱਟ ਠੇਕਿਆਂ ਵਾਂਗੂ ਜ਼ਰੂਰੀ ਵਸਤਾਂ ਦੇ ਵਿੱਚ ਕਰਾਰ ਦਿੱਤੀ ਹੋਈ ਹੈ ਸਰਕਾਰ ਨੇ। ਜਦੋਂ ਸਰਕਾਰ ਨੇ ਸਬਜ਼ੀ ਦੀਆਂ ਦੁਕਾਨਾਂ ਖੋਲ੍ਹਣ ਦੀ ਪਰਮਿਸ਼ਨ ਦਿੱਤੀ ਹੈ ਤਾਂ ਉਹ ਪੁਲਿਸ ਵਾਲਾ ਆ ਕੇ ਠੇਡਾ ਉਹਨੂੰ ਮਾਰਦਾ। ਇਹ ਇੱਕ ਪੁਲਿਸ ਵਾਲੇ ਦੀ ਗੱਲ ਨਹੀਂ ਆ। ਇੱਥੇ ਸਮਝਣ ਵਾਲੀ ਗੱਲ ਇਹ ਆ ਕਿ ਜਿਹੜਾ ਆਮ ਬੰਦਾ, ਜਿਹੜਾ ਗਰੀਬ ਵਿਅਕਤੀ ਆ, ਉਹਨੂੰ ਠੇਡੇ ਹੀ ਮਾਰ ਰਿਹਾ। ਚਾਹੇ ਉਹ ਸਿਸਟਮ ਠੇਡੇ ਮਾਰ ਰਿਹਾ, ਚਾਹੇ ਉਹ ਕੋਈ ਪੁਲਿਸ ਵਾਲਾ ਠੇਡੇ ਮਾਰ ਰਿਹਾ, ਉਹ ਸਾਰੇ ਰਲ ਕੇ ਉਹਨੂੰ ਠੇਡੇ ਮਾਰ ਰਿਹਾ। ਉਹ ਇੱਕ ਖਿੱਦੋ ਬਣਾਇਆ ਹੋਇਆ, ਜਿਹਨੂੰ ਸ਼ਾਇਦ ਜੀਣ ਦਾ ਕੋਈ ਹੱਕ ਨਹੀਂ ਰਿਹਾ ਕਿ ਤੂੰ ਕਿਉਂ ਜੀ ਰਿਹਾ, ਤੂੰ ਕਿਸ ਵਾਸਤੇ ਜੀ ਰਿਹਾ, ਤੂੰ ਤਾਂ ਇੱਕ ਵੋਟ ਬੈਂਕ ਹੈ। ਜਦੋਂ ਵੋਟਾਂ ਆਉਣਗੀਆਂ ਉਦੋਂ ਸਾਨੂੰ ਤੇਰੀ ਜ਼ਰੂਰਤ ਪਊਗੀ, ਅਦਰਵਾਈਜ਼ ਸਾਨੂੰ ਤੇਰੀ ਜ਼ਰੂਰਤ ਨਹੀਂ ਹੈ। ਇਹ ਹਾਲਾਤ ਅੱਜ ਬਣ ਗਏ ਹੋਏ ਨੇ। ਕਿਉਂ ਬਣ ਗਏ? ਕਿ ਜਿਹੜਾ ਇੱਥੇ ਰਹਿਣ ਵਾਲਾ ਕੋਈ ਵਿਅਕਤੀ ਆ, ਉਹਨੇ ਆਪਣੇ ਇਹ ਹਾਲਾਤ ਆਪ ਬਣਾ ਲਏ। ਜਿਹੜੇ ਰਾਜਨੀਤਿਕ ਲੋਕ ਨੇ, ਰਾਜਨੀਤਿਕ ਪਾਰਟੀਆਂ ਨੇ, ਉਹਨਾਂ ਨੇ ਐਸਾ ਗਲਬਾ ਆਪਣਾ ਫੇਰੇ ਬਣਾ ਲਿਆ, ਉਹਨਾਂ ਦੇ ਕੋਈ ਨੇੜੇ ਜਾਣ ਜੋਗਾ ਨਹੀਂ ਰਿਹਾ।
ਉਹਨਾਂ ਨੂੰ ਕੋਈ ਸਵਾਲ ਕਰਨ ਜੋਗਾ ਨਹੀਂ ਰਿਹਾ। ਜਿਹੜਾ ਵਿਅਕਤੀ ਸਵਾਲ ਕਰਦਾ, ਉਲਟਾ ਇਹ ਰਾਜਨੀਤਿਕ ਲੋਕ ਉਹਨੂੰ ਜਿਹੜਾ ਜੀ ਉਹ ਹਾਲ ਕਰਕੇ ਪੈ ਜਾਂਦੇ ਆ ਕਿ ਇਹ ਬੰਦਾ ਬੋਲ ਕਿਉਂ ਰਿਹਾ, ਇਹ ਬੰਦਾ ਲਿਖ ਕਿਉਂ ਰਿਹਾ, ਇਹਨੂੰ ਕੋਈ ਜ਼ਿਆਦੀ ਤਕਲੀਫ ਹੈ, ਇਹਨੂੰ ਇਸ ਗੱਲ ਦਾ ਦਰਦ ਕਿਉਂ ਆ ਕਿ ਰਾਜਮਾ ਤੇ ਚੌਲ ਵਾਲੀ ਰੇਹੜੀ ਬੰਦ ਕਿਉਂ ਕਰਾਈ ਆ, ਉਹਦੇ ਨਾਲ ਲੱਗਵੀਂ ਇੱਕ ਪੀਜ਼ਾ ਸਟੋਰ ਜਿਹੜਾ ਕਿ ਨੇਮ ਬ੍ਰਾਂਡ ਚੇਨ ਹੈ ਉਹ ਖੁੱਲੀ ਕਿਉਂ ਆ, ਇਹ ਸਵਾਲ ਹੈ। ਇੱਕ ਜਿਹੜਾ ਕੁਲਚੇ ਵੇਚਣ ਵਾਲਾ ਜਾਂ ਫਲੂਦਾ ਵੇਚਣ ਵਾਲਾ ਰੇਹੜੀ ਦੇ ਉੱਤੇ ਉਹਦੀ ਰੇਹੜੀ ਬੰਦ ਹੈ, ਉਹ ਕਿਉਂਕਿ ਗੈਰ ਜ਼ਰੂਰੀ ਹੈ। ਉਹਦੇ ਨਾਲ ਖੁੱਲੀ ਚਿਕਨ ਦੀ ਇੱਕ ਵੱਡੀ ਜਿਹੜੀ ਫੇਮਸ ਬ੍ਰਾਂਡ ਹੈ ਉਹ ਖੁੱਲੀ ਆ ਕਿਉਂਕਿ ਉਹ ਜ਼ਰੂਰੀ ਹੈ। ਗੈਰ ਜ਼ਰੂਰੀ ਰੇਹੜੀ ਨਹੀਂ ਗੀ, ਗੈਰ ਜ਼ਰੂਰੀ ਸਬਜ਼ੀ ਵਾਲਾ ਨਹੀਂ ਗਾ, ਗੈਰ ਜ਼ਰੂਰੀ ਇਹ ਲੋਕ ਬਣਾ ਦਿੱਤੇ ਗਏ ਆ ਕਿ ਤੁਹਾਡੀ ਜ਼ਰੂਰਤ ਨਹੀਂ। ਜਿਹੜੇ ਲੋਕਾਂ ਦੇ ਸਿਰ ਦੇ ਉੱਤੇ ਅਸੀਂ ਜਿੱਤਦੇ ਆ, ਜਿਨ੍ਹਾਂ ਤੋਂ ਪੈਸੇ ਲੈ ਕੇ, ਉਹ ਚੇਨ ਸਾਡੇ ਵਾਸਤੇ ਜ਼ਰੂਰੀ ਨੇ, ਉਹ ਅਮੀਰ ਲੋਕ ਸਾਡੇ ਵਾਸਤੇ ਜ਼ਰੂਰੀ ਨੇ, ਗਰੀਬ ਸਾਡੇ ਵਾਸਤੇ ਗੈਰ ਜ਼ਰੂਰੀ ਨੇ। ਅੱਜ ਇਸ ਵਾਇਰਸ ਨੇ ਘੱਟੋ ਘੱਟ ਇਹ ਇੱਕ ਨਵੇਂ ਲਫ਼ਜ਼ ਜਿਹੜੇ ਨੇ ਉਹ ਪੈਦਾ ਕਰ ਦਿੱਤੇ ਨੇ ਕਿ ਅੱਜ ਜ਼ਰੂਰੀ ਕੌਣ ਹੈ ਤੇ ਗੈਰ ਜ਼ਰੂਰੀ ਕੌਣ ਹੈ। ਜੇ ਤੁਹਾਨੂੰ ਲੱਗਦਾ ਹੈ ਕਿ ਇਹ ਗੱਲਾਂ ਘੱਟੋ ਘੱਟ ਅਸੀਂ ਸਾਰੇ ਜਗ੍ਹਾ ਦੇ ਉੱਤੇ ਉਠਾਈਏ, ਇਹਨਾਂ ਲੋਕਾਂ ਨੂੰ ਥੋੜਾ ਜਿਹਾ ਢਾਸਣਾ ਮਿਲੇ ਕਿ ਸਾਡੇ ਲਈ ਕੁਝ ਬੋਲਣ ਵਾਲੇ ਲੋਕ ਬੈਠੇ ਨੇ, ਜਿੰਨੇ ਕੁ ਜੋਗੇ ਨੇ ਉਹ ਬੋਲ ਰਹੇ ਨੇ, ਤੇ ਇਹਨੂੰ ਤੁਸੀਂ ਅੱਗੇ ਪਹੁੰਚਾਓ ਔਰ ਇਹ ਸਵਾਲ ਜਿਹੜੇ ਨੇ ਉਹ ਰੇਜ਼ ਕਰੋ ਕਿ ਇਹ ਗੈਰ ਜ਼ਰੂਰੀ ਲੋਕ ਨਹੀਂ, ਹਰ ਵਿਅਕਤੀ ਜਿਹੜਾ ਉਹ ਜ਼ਰੂਰੀ ਹੈ। ਉਹਦੇ ਫੈਮਿਲੀ ਮੈਂਬਰ ਨੂੰ ਪੁੱਛ ਕੇ ਦੇਖੋ, ਜਿਹਦੇ ਫੈਮਿਲੀ ਮੈਂਬਰ ਨੂੰ ਇੱਕ ਖਾਲੀ ਗੈਸ ਸਿਲੰਡਰ ਦੇ ਦਿੱਤਾ ਗਿਆ ਜਾਂ ਜਿਹਨੂੰ ਆਕਸੀਜਨ ਨਹੀਂ ਮਿਲ ਰਹੀ, ਉਹਦੇ ਵਾਸਤੇ ਉਹ ਕਿੰਨਾ ਜ਼ਰੂਰੀ ਹੈ। ਉਹ ਸਰਕਾਰਾਂ ਦੇ ਵਾਸਤੇ ਗੈਰ ਜ਼ਰੂਰੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਸਰਕਾਰਾਂ ਦੇ ਵਾਸਤੇ ਉਹ ਗੈਰ ਜ਼ਰੂਰੀ ਹੋ ਗਿਆ। ਕਿਉਂ? ਜਿਹੜਾ ਸਵਾਲ ਕਰੂਗਾ ਉਹ ਗੈਰ ਜ਼ਰੂਰੀ ਲਿਸਟ ਦੇ ਵਿੱਚ ਆਉਂਦੇ ਦਿਨਾਂ ਦੇ ਦੌਰਾਨ ਪਾ ਦਿੱਤਾ ਜਾਊਗਾ। ਸਤਿ ਸ਼੍ਰੀ ਅਕਾਲ।